एक गल है भी मोदी साहब ने ना हत्थ दे विच एक डंडा रखिया, एक हत्थ दे विच चाह रखी आ। वो कहंदा चाह पीओ, जे कोई कहंदा मैं चाह नहीं पीनी ते कहंदा फिर डंडे खा। वो डंडे दे नाल लोकां नूं शामिल कराउण दी कोशिश कर रहा। ਆਪਾਂ ਸਾਰਿਆਂ ਨੂੰ ਪਤਾ ਕਿ ਨਿੱਕਾ ਜਿਹਾ ਆਪਾਂ ਫੰਕਸ਼ਨ ਰੱਖਣਾ ਹੋਵੇ ਨਾ ਘਰ ਦੇ ਵਿੱਚ, ਆਪਾਂ ਇੰਟਰਨੈਟ ਤੇ ਖੋਲ ਕੇ ਦੇਖਦੇ ਹਾਂ ਵੈਦਰ ਰਿਪੋਰਟ ਕੀ ਹੈ ਇਸ ਡੇਟ ਦੀ। ਵੈਦਰ ਰਿਪੋਰਟ ਆਪਾਂ ਸਾਰਿਆਂ ਕੋਲ ਹੁੰਦੀ ਆ ਤੇ ਇਹਨਾਂ ਨੇ ਵੈਦਰ ਰਿਪੋਰਟ ਅਪਡੇਟ ਕਰਨੀ ਹੁੰਦੀ ਸਰਕਾਰਾਂ ਨੇ। ਸਰਕਾਰਾਂ ਨੂੰ ਵੈਦਰ ਰਿਪੋਰਟ ਪਤਾ ਨਹੀਂ ਸੀ। ਸਰਕਾਰਾਂ ਨੂੰ ਪਤਾ ਸੀ ਕਿ 5 ਤਰੀਕ ਨੂੰ ਮੌਸਮ ਖਰਾਬ ਰਹਿਣ ਵਾਲਾ ਪੰਜਾਬ ਦੇ ਵਿੱਚ। ਉਹ 5 ਤਰੀਕ ਹੀ ਚੁਣੀ ਗਈ ਕਿ ਜੇ ਰੈਲੀ ਭਰਵੀਂ ਹੋ ਗਈ ਤੇ ਰੈਲੀ ਕਰ ਲਾਂਗੇ, ਨਹੀਂ ਭਰਵੀਂ ਹੋਈ ਤੇ ਮੀਂਹ ਦਾ ਬਹਾਨਾ ਲਾ ਦਾਂਗੇ। ਜਾਣ ਲੱਗੇ ਤੁਸੀਂ ਅਫਸਰਾਂ ਨੂੰ ਕਹਿ ਗਏ ਕਿ ਚੰਨੀ ਸਾਹਿਬ ਨੂੰ ਦੱਸ ਦਿਓ ਮੈਂ ਜਿੰਦਾਬਾਦ ਚੱਲਿਆ। ਇਹ ਚੰਨੀ ਸਾਹਿਬ ਤੇ ਉੱਥੇ ਹੈ ਨਹੀਂ ਸੀ। ਕੀ ਅਸੀਂ ਉਹਨੂੰ ਮਾਰਨ ਵਾਸਤੇ ਖੜੇ ਸੀ? ਸਾਡਾ 750 ਬੰਦਾ ਅਸੀਂ ਮੋਦੀ ਸਾਹਿਬ ਨੂੰ ਕਹਿੰਦੇ ਆ ਮੈਸੇਜ ਮੋਦੀ ਸਾਹਿਬ ਦਿੱਲੀ ਤੱਕ ਪਹੁੰਚਾਇਓ। 750 ਬੰਦਾ ਸਾਡਾ ਜਿੰਦਾ ਵਾਪਸ ਨਹੀਂ ਆਇਆ, ਉੱਥੇ ਮਰ ਕੇ ਵਾਪਸ ਆਇਆ। ਉਹਦਾ ਇੱਕ ਵਾਰੀ ਮੋਦੀ ਸਾਹਿਬ ਨੇ ਅਫਸੋਸ ਨਹੀਂ ਕੀਤਾ। ਇਹ ਦਿੱਲੀ ਦੇ ਵਿੱਚ 2 ਘੰਟੇ ਜਾਮ ਦੇ ਵਿੱਚ ਫਸੇ ਰਹੇ, ਸਾਰੀਆਂ ਵੀਡੀਓ ਆ ਰਹੀਆਂ। ਉਦੋਂ ਇਹਨਾਂ ਨੂੰ ਕੋਈ ਖਤਰਾ ਨਹੀਂ ਹੋਇਆ। ਪਾਕਿਸਤਾਨ ਨੇ ਜਾ ਕੇ ਗੁਪਤ ਤਰੀਕੇ ਦੇ ਨਾਲ ਪਾਕਿਸਤਾਨ ਜਾ ਕੇ ਕੇਕ ਕੱਟ ਕੇ ਆਉਂਦੇ ਨੇ ਪ੍ਰਧਾਨ ਮੰਤਰੀ ਨਾਲ, ਉਦੋਂ ਇਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ। ਅੱਜ ਇਹ ਕਹਿ ਰਹੇ ਪਾਕਿਸਤਾਨ ਨਾਲ ਜਾ ਤਾਰ ਜੁੜੇ ਆ। ਪੰਜਾਬੀ ਲੋਕ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਹਾਂ ਤੁਹਾਡਾ ਆਪਣਾ ਹਰਜੀਤ ਗਰੇਵਾਲ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਕਿ ਰੈਲੀ ਕਰਨੀ ਸੀ ਫਿਰੋਜ਼ਪੁਰ ਵਿੱਚ, ਪਰ ਕਿਸੇ ਕਾਰਨਾਂ ਕਰਕੇ ਜਿਹੜਾ ਉਹ ਰੈਲੀ ਵਿੱਚ ਨਹੀਂ ਪਹੁੰਚੇ। ਉਸ ਤਮਾਮ ਮੁੱਦੇ 'ਤੇ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਸੁਰਿੰਦਰ ਸਿੰਘ ਭਗਤੂਪੁਰਾ, ਜਿਹੜੇ ਕਿ ਲੋਕ ਰਾਜ ਲਹਿਰ ਦੇ ਆਗੂ ਨੇ। ਭਗਤੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਪੰਜਾਬੀ ਲੋਕ ਚੈਨਲ। ਪੰਜਾਬੀ ਲੋਕ ਚੈਨਲ ਦੇ ਦੇਸ਼ ਵਿਦੇਸ਼ ਵਿੱਚ ਵਸਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਵੇਂ ਭਗਤੂਪੁਰਾ ਸਾਹਿਬ ਮੈਂ ਗੱਲ ਕੀਤੀ ਹੈ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਫਿਰੋਜ਼ਪੁਰ ਰੈਲੀ ਵਿੱਚ ਪਹੁੰਚਣਾ ਸੀ, ਪਰ ਕਿਸੇ ਕਾਰਨ ਕਰਕੇ ਨਹੀਂ ਪਹੁੰਚੇ। ਕੀ ਵੱਡੇ ਕਾਰਨ ਤੁਸੀਂ ਮੰਨਦੇ ਹੋ ਵੀ ਰੈਲੀ ਵਿੱਚ ਨਹੀਂ ਪਹੁੰਚਣਾ? ਕਿਉਂਕਿ ਭਾਜਪਾ ਵਾਲੀ ਕਹਿੰਦੇ ਸੀ ਬੜਾ ਵੱਡਾ ਇਕੱਠ ਹੋਣਾ ਵਾ, ਕਹਿੰਦੇ ਇਤਿਹਾਸਿਕ ਰੈਲੀ ਹੋਣੀ ਸੀ, ਪਰ ਕੀ ਕਾਰਨ ਸੀ ਜਿਹੜਾ ਕਿ ਪਿੱਛੋਂ ਆ ਗਏ ਨੇ ਪਰ ਅੱਗੇ ਨਾ ਹੀ ਰੈਲੀ ਵਿੱਚ ਪਹੁੰਚਣ ਦਾ? ਕੀ ਕਾਰਨ ਕੀ ਵੱਡਾ ਰਿਹਾ? ਦੇਖੋ, ਪਿਛਲੇ 1.5 ਸਾਲ ਤੋਂ ਅਸੀਂ ਇੱਕ ਸੰਘਰਸ਼ ਵਿੱਢਿਆ ਹੋਇਆ ਸੀ, ਕਿਸਾਨ ਸੰਘਰਸ਼ ਇੱਕ ਵਿੱਢਿਆ ਹੋਇਆ ਸੀ 3 ਕਾਲੇ ਕਾਨੂੰਨਾਂ ਦੇ ਖਿਲਾਫ, ਔਰ ਜੋ ਕਿ 1.5 ਸਾਲ ਸਾਨੂੰ ਤਰਸਾਇਆ ਮੋਦੀ ਸਾਹਿਬ ਨੇ। ਔਰ ਇੱਕ ਇਸ ਤਰ੍ਹਾਂ ਦੀ ਲਹਿਰ ਘਰ ਘਰ ਦੇ ਵਿੱਚ, ਪਿੰਡ ਦੇ ਵਿੱਚ ਜਿਹੜੇ ਕਿਸਾਨ ਵੀ ਨਹੀਂ ਸੀ ਉਹਨਾਂ ਦੇ ਵਿੱਚ ਵੀ ਭਾਜਪਾ ਦੇ ਵਿਰੁੱਧ ਗੁੱਸਾ ਆ ਗਿਆ ਕਿ ਇਹ ਕਾਲੇ ਕਾਨੂੰਨਾਂ ਨੂੰ ਅਡਾਨੀ ਤੇ ਅੰਬਾਨੀ ਦੇ ਕਹਿਣ ਦੇ ਉੱਤੇ ਰੱਦ ਨਹੀਂ ਕਰ ਰਹੇ, ਉਹਨਾਂ ਦੇ ਕਹਿਣ ਤੇ ਲਾਗੂ ਕੀਤੇ ਨੇ। ਔਰ ਲੋਕਾਂ ਦੇ ਵਿੱਚ ਘਰ ਘਰ ਰੋਸ ਪੈਦਾ ਹੋ ਗਿਆ। ਹੁਣ ਜਦੋਂ ਇਹਨਾਂ ਨੇ 1.5 ਸਾਲ ਬਾਅਦ ਕਾਲੇ ਕਾਨੂੰਨ ਰੱਦ ਕਰ ਦਿੱਤੇ, MSP ਦੀ ਗਰੰਟੀ ਦੇ ਕਾਨੂੰਨ ਪੈਂਡਿੰਗ ਪਏ ਨੇ, 150 ਤੋਂ ਪਲੱਸ FIR ਦਰਜ ਨੇ, ਉਹ ਪੈਂਡਿੰਗ ਪਈਆਂ ਨੇ। ਔਰ ਹੋਰ ਕਿਸਾਨਾਂ ਦੇ ਬੜੇ ਮੁੱਦੇ ਨੇ ਜਿਹੜੇ ਪੈਂਡਿੰਗ ਪਏ, ਜਿਨ੍ਹਾਂ ਦਾ ਇਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਉਹ ਵੀ ਸੋਲਵ ਕਰ ਦਿਆਂਗੇ। ਅਜੇ ਤੱਕ ਉਹਨਾਂ ਦਾ ਕੋਈ ਹੱਲ ਨਹੀਂ ਕੀਤਾ। ਔਰ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਜਿਹੜੇ ਇਹਨਾਂ ਦੀ ਪੰਜਾਬ ਦੀ ਇਕਾਈ ਆ ਉਹ ਬੜਾ ਰੌਲਾ ਪਾ ਰਹੀ ਆ ਕਿ ਅਸੀਂ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ, ਅਸੀਂ ਪੰਜਾਬ ਸਰਕਾਰ ਬਣਾਵਾਂਗੇ, ਪੈਸੇ ਦਾ ਲਾਲਚ ਦੇ ਕੇ, ED ਦਾ ਲਾਲਚ ਦੇ ਕੇ, MLA ਨੂੰ ਖਰੀਦ ਕੇ ਜਾਂ ਧਮਕਾ ਕੇ। ਇੱਕ ਗੱਲ ਹੈ ਵੀ ਮੋਦੀ ਸਾਹਿਬ ਨੇ ਨਾ ਹੱਥ ਦੇ ਵਿੱਚ ਇੱਕ ਡੰਡਾ ਰੱਖਿਆ, ਇੱਕ ਹੱਥ ਦੇ ਵਿੱਚ ਚਾਹ ਰੱਖੀ ਆ। ਉਹ ਕਹਿੰਦਾ ਚਾਹ ਪੀਓ, ਜੇ ਕੋਈ ਕਹਿੰਦਾ ਮੈਂ ਚਾਹ ਨਹੀਂ ਪੀਣੀ ਤੇ ਕਹਿੰਦਾ ਫਿਰ ਡੰਡੇ ਖਾ। ਉਹ ਡੰਡੇ ਦੇ ਨਾਲ ਲੋਕਾਂ ਨੂੰ ਸ਼ਾਮਲ ਕਰਾਉਣ ਦੀ ਕੋਸ਼ਿਸ਼ ਕਰ ਰਿਹਾ। ਮੈਂ ਤੁਹਾਡੇ ਮਾਧਿਅਮ ਦੇ ਰਾਹੀਂ ਦੱਸਦੇ ਹਾਂ, ਜਿਹੜੇ ਸ਼ਾਮਲ ਵੀ ਹੋ ਰਹੇ ਉਹਨਾਂ ਦਾ ਸਿਆਸੀ ਭਵਿੱਖ ਬਿਲਕੁਲ ਖਤਮ ਹੋ ਰਿਹਾ, ਕਿਉਂਕਿ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਨੂੰ ਤੁਸੀਂ ਜ਼ਖਮ ਦਿੱਤੇ ਨੇ। ਜੇ ਤੁਸੀਂ ਉਹਨਾਂ ਦੇ ਜ਼ਖਮਾਂ 'ਤੇ ਮਲਮ ਲਾਉਣੀ ਆ, ਮੋਦੀ ਸਾਹਿਬ ਨੂੰ ਵੀ ਮੈਂ ਮੈਸੇਜ ਦੇਣਾ, ਉਹਨਾਂ ਦੀ ਪੰਜਾਬ ਇਕਾਈ ਨੂੰ ਵੀ ਮੈਸੇਜ ਦੇਣਾ। ਹੁਣ ਵੀ ਬੁਰੇ ਉਹ ਮੈਸੇਜ ਕਰ ਰਹੇ ਨੇ, ਬੁਰੇ ਕਮੈਂਟ ਕਰ ਰਹੇ ਨੇ ਕਿ ਰੈਲੀ ਰੋਕਤੀ। ਮੈਂ ਉਹਨਾਂ ਨੂੰ ਵੀ ਮੈਸੇਜ ਦੇਣਾ, ਤੁਸੀਂ ਵੋਟਾਂ ਪੰਜਾਬ 'ਚੋਂ ਲੈਣੀਆਂ ਨੇ, ਹਰਿਆਣੇ ਚੋਂ, ਦਿੱਲੀ ਚੋਂ, UP ਚੋਂ, ਛੱਤੀਸਗੜ੍ਹ ਚੋਂ ਵੋਟਾਂ ਨਹੀਂ ਲੈਣੀਆਂ। ਜੇ ਤੁਸੀਂ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਣਾ ਚਾਹੁੰਦੇ ਜੇ ਤੇ ਇੱਥੇ ਮਾਫੀ ਮੰਗੋ। ਮੋਦੀ ਸਾਹਿਬ ਮਾਫੀ ਮੰਗਣ, ਉਦਣ ਵਾਲੀ ਰੈਲੀ ਦੀ ਵੀ ਮਾਫੀ ਮੰਗਣ, ਤੇ ਤੁਸੀਂ ਵੀ ਮਾਫੀ ਮੰਗੋ ਕਿ ਅਸੀਂ ਹੁਣ ਪੰਜਾਬ ਦਾ ਭਲਾ ਚਾਹੁੰਦੇ ਆ, ਅਸੀਂ ਪੰਜਾਬ ਵਾਸਤੇ ਕੰਮ ਕਰਨਾ ਚਾਹੁੰਦੇ ਆ। ਤੁਸੀਂ ਪੰਜਾਬ ਦੀ ਲੀਡਰਸ਼ਿਪ ਲਿਆਓ ਤੇ ਕੰਮ ਕਰੋ, ਫਿਰ ਸ਼ਾਇਦ ਪੰਜਾਬ ਦੇ ਲੋਕ ਤੁਹਾਨੂੰ ਮਾਫ ਕਰ ਦੇਣ। ਬੜਾ ਵੱਡਾ ਦਿਲ ਆ। ਹੁਣ ਤੁਸੀਂ ਜਿਹੜੀ ਗੱਲ ਕੀਤੀ ਮੋਦੀ ਸਾਹਿਬ ਦੀ ਕਿ ਰੈਲੀ ਕੈਂਸਲ ਕਿਉਂ ਹੋਈ, ਆਪਾਂ ਸਾਰਿਆਂ ਨੂੰ ਪਤਾ ਕਿ ਨਿੱਕਾ ਜਿਹਾ ਆਪਾਂ ਫੰਕਸ਼ਨ ਰੱਖਣਾ ਹੋਵੇ ਨਾ ਘਰ ਦੇ ਵਿੱਚ, ਆਪਾਂ ਇੰਟਰਨੈਟ ਤੇ ਖੋਲ ਕੇ ਦੇਖਦੇ ਹਾਂ ਵੈਦਰ ਰਿਪੋਰਟ ਕੀ ਹੈ ਇਸ ਡੇਟ ਦੀ। ਵੈਦਰ ਰਿਪੋਰਟ ਆਪਾਂ ਸਾਰਿਆਂ ਕੋਲ ਹੁੰਦੀ ਆ ਤੇ ਇਹਨਾਂ ਨੇ ਵੈਦਰ ਰਿਪੋਰਟ ਅਪਡੇਟ ਕਰਨੀ ਹੁੰਦੀ ਸਰਕਾਰਾਂ ਨੇ। ਸਰਕਾਰਾਂ ਨੂੰ ਵੈਦਰ ਰਿਪੋਰਟ ਪਤਾ ਨਹੀਂ ਸੀ। ਸਰਕਾਰਾਂ ਨੂੰ ਪਤਾ ਸੀ ਕਿ 5 ਤਰੀਕ ਨੂੰ ਮੌਸਮ ਖਰਾਬ ਰਹਿਣ ਵਾਲਾ ਪੰਜਾਬ ਦੇ ਵਿੱਚ। ਉਹ 5 ਤਰੀਕ ਹੀ ਚੁਣੀ ਗਈ ਕਿ ਜੇ ਰੈਲੀ ਭਰਵੀਂ ਹੋ ਗਈ ਤੇ ਰੈਲੀ ਕਰ ਲਾਂਗੇ, ਨਹੀਂ ਭਰਵੀਂ ਹੋਈ ਤੇ ਮੀਂਹ ਦਾ ਬਹਾਨਾ ਲਾ ਦਾਂਗੇ। ਪਰ ਮੋਦੀ ਸਾਹਿਬ ਸ਼ੁਰੂ ਤੋਂ ਹੀ ਬੜੇ ਸਿਆਸਤੀ ਰਹੇ ਨੇ, ਹਰ ਈਵੈਂਟ ਨੂੰ ਇੰਜੋਏ ਕਰਦੇ ਨੇ, ਹਰ ਈਵੈਂਟ ਦੇ ਵਿੱਚ ਕੋਈ ਨਾ ਕੋਈ ਤੂਲ ਬਣਾ ਲੈਂਦੇ ਨੇ, ਸਿਆਸੀ ਮਾਇਨੇ ਰੱਖਦੇ ਨੇ
ਕੀ ਹੋਇਆ? ਸਾਰਿਆਂ ਨੂੰ ਪਤਾ ਸੀ ਕਿ ਵਿਰੋਧ ਚੱਲ ਰਿਹਾ। ਪੂਰੇ ਪੰਜਾਬ ਦੇ ਕਿਸਾਨਾਂ ਨੇ ਪਹਿਲਾਂ ਐਲਾਨ ਕੀਤਾ ਹੋਇਆ ਸੀ ਕਿ ਅਸੀਂ ਵਿਰੋਧ ਕਰਨਾ ਮੋਦੀ ਸਾਹਿਬ ਦਾ, ਤੇ ਵਿਰੋਧ ਕਰਨਾ ਸਾਡਾ ਇੱਕ ਹੱਕ ਆ, ਸੰਵਿਧਾਨਿਕ ਹੱਕ ਆ। ਵਿਰੋਧ ਕਰ ਰਿਹਾ ਸੀ। 1.5 ਕਿਲੋਮੀਟਰ ਦੂਰ ਕਾਫਲਾ ਸੀ, ਮੋਦੀ ਦੇ ਕਰਿੰਦਿਆਂ ਨੇ ਗੱਡੀ ਘੇਰੀ ਆ। ਉਹ ਵੀਡੀਓ ਵੀ ਵਾਇਰਲ ਹੋ ਗਈਆਂ। ਉਹਦੇ ਜਿੰਦਾਬਾਦ ਦੇ ਨਾਰੇ ਲਾ ਰਹੇ। ਉਹਦੇ ਲਾਗੇ ਕਿਸ ਤਰ੍ਹਾਂ ਪਹੁੰਚੇ? ਇਹ ਸਰਕਾਰ ਨੂੰ ਸਵਾਲ ਆ ਵੀ ਉਹਨਾਂ ਦੇ ਕਰਿੰਦੇ ਲਾਗੇ ਕਿਸ ਤਰ੍ਹਾਂ ਪਹੁੰਚੇ, ਜਿਨ੍ਹਾਂ ਦਾ ਇਹ ਨਾਂ ਲੈ ਰਹੇ ਆ ਕਿ ਕਿਸਾਨਾਂ ਨੇ ਸਾਡੀ ਰੈਲੀ ਰੋਕ ਦਿੱਤੀ, ਉਹਨੇ ਪਹੁੰਚਣ ਨਹੀਂ ਦਿੱਤਾ ਮੋਦੀ ਸਾਹਿਬ ਨੂੰ। ਉਹ 1.5 ਕਿਲੋਮੀਟਰ ਪਰਾਂ ਸੀ ਔਰ ਉਹ ਰੋਡ ਹੀ ਨਹੀਂ ਸੀ। ਉਹਨਾਂ ਦਾ ਪਲਾਨ ਸੀ ਹੈਲੀਕਾਪਟਰ ਤੇ ਫਿਰੋਜ਼ਪੁਰ ਪਹੁੰਚਣਾ। ਔਰ ਦੂਸਰੀ ਮੈਂ ਤੁਹਾਨੂੰ ਗੱਲ ਦੱਸ ਦਿਆਂ, ਫਿਰੋਜ਼ਪੁਰ ਜਿਹੜਾ ਏਰੀਆ ਵਾ ਬੈਲਟ ਆ, ਬਾਰਡਰ ਬੈਲਟ ਆ, ਛਾਉਣੀ ਬੜੀ ਵੱਡੀ ਆ ਪੂਰੇ ਪੰਜਾਬ ਦੀ, ਨੈਸ਼ਨਲ ਲੈਵਲ ਦੀ ਛਾਉਣੀ ਬੜੀ ਵੱਡੀ ਫਿਰੋਜ਼ਪੁਰ ਦੀ। ਫੌਜ ਦੇ ਹੈਲੀਕਾਪਟਰ ਬਹੁਤ ਹੈ ਜਿਹੜੇ ਬਾਰਿਸ਼ ਦੇ ਵਿੱਚ ਵੀ ਹਰ ਜਗ੍ਹਾ ਚੱਲਦੇ। ਫੌਜ ਦੇ ਹੈਲੀਕਾਪਟਰ ਤੇ ਕਿਉਂ ਨਹੀਂ ਆਇਆ ਗਿਆ? ਇਹ ਸਿਰਫ ਤੇ ਸਿਰਫ ਇਹਨਾਂ ਦਾ ਸਟੰਟ ਸੀ, ਚੁਣਾਵੀ ਸਟੰਟ ਸੀ ਕਿ ਲੋਕਾਂ ਦੇ ਵਿੱਚ ਸਿੰਪਥੀ ਖੱਟੀ ਜਾਵੇ, ਹਿੰਦੂ ਕਮਿਊਨਿਟੀ ਨੂੰ ਆਪਣੇ ਵੱਲ ਕੀਤਾ ਜਾਵੇ। ਪਰ ਪੰਜਾਬ ਦੇ ਜਿਹੜੇ ਹਿੰਦੂ ਸਿੱਖ ਉਹ ਬਿਲਕੁਲ ਭਰਾਵਾਂ ਵਾਂਗੂ ਰਹਿ ਰਹੇ। ਉਹਨਾਂ ਦੇ ਵਿੱਚ ਪਾਟਕ ਨਹੀਂ ਪੈ ਸਕਦਾ। ਇਹ ਜਿੰਨਾ ਮਰਜ਼ੀ ਮੋਦੀ ਸਾਹਿਬ ਜ਼ੋਰ ਲਾ ਲੈਣ, ਉਹਨਾਂ ਵਿੱਚ ਪਾਟਕ ਨਹੀਂ ਪੈ ਸਕਦਾ। ਫਿਰਕੂ ਹਿੰਸਾ ਇੱਥੇ ਨਹੀਂ ਹੋ ਸਕਦੀ ਕਿਉਂਕਿ ਲੋਕ ਇੱਥੇ ਘੁਲ ਮਿਲ ਕੇ ਰਹੇ ਨੇ। ਮੋਦੀ ਸਾਹਿਬ ਦਾ ਵਿਰੋਧ ਅੱਗੇ ਵੀ ਕੀਤਾ, ਹੁਣ ਵੀ ਕਰਾਂਗੇ। ਫਿਰ ਭਾਜਪਾ ਨੂੰ ਬੇਨਤੀ ਆ ਕਿ ਤੁਸੀਂ ਸਾਡੇ ਉੱਤੇ ਇਹ ਇਲਜ਼ਾਮ ਨਾ ਲਾਓ। ਜਾਣ ਲੱਗੇ ਤੁਸੀਂ ਅਫਸਰਾਂ ਨੂੰ ਕਹਿ ਗਏ ਕਿ ਚੰਨੀ ਸਾਹਿਬ ਨੂੰ ਦੱਸ ਦਿਓ ਮੈਂ ਜਿੰਦਾਬਾਦ ਚੱਲਿਆ। ਇਹ ਚੰਨੀ ਸਾਹਿਬ ਤੇ ਉੱਥੇ ਹੈ ਨਹੀਂ ਸੀ। ਕੀ ਅਸੀਂ ਉਹਨੂੰ ਮਾਰਨ ਵਾਸਤੇ ਖੜੇ ਸੀ? ਸਾਡੇ ਕੋਲ ਕਿਹੜੇ ਬੰਬ ਸੀ, ਕਿਹੜੇ ਹਥਿਆਰ ਸੀ, ਕੀ ਲੱਭਿਆ ਇਹਨਾਂ ਨੇ ਉੱਥੋਂ, ਕਿਹੜੇ ਚੀਜ਼ ਨਾਲ ਮਾਰ ਦੇਣਾ? ਵਿਰੋਧ ਕਰਨ ਨਾਲ ਕੋਈ ਮਰ ਜਾਂਦਾ? ਸਾਡਾ 750 ਬੰਦਾ, ਅਸੀਂ ਮੋਦੀ ਸਾਹਿਬ ਨੂੰ ਕਹਿੰਦੇ ਆ ਮੈਸੇਜ ਮੋਦੀ ਸਾਹਿਬ ਦਿੱਲੀ ਤੱਕ ਪਹੁੰਚਾਇਓ। 750 ਬੰਦਾ ਸਾਡਾ ਜਿੰਦਾ ਵਾਪਸ ਨਹੀਂ ਆਇਆ, ਉੱਥੇ ਮਰ ਕੇ ਵਾਪਸ ਆਇਆ। ਉਹਦਾ ਇੱਕ ਵਾਰੀ ਮੋਦੀ ਸਾਹਿਬ ਨੇ ਅਫਸੋਸ ਨਹੀਂ ਕੀਤਾ। ਤੇ ਇਹ ਕੀ ਆਸ ਕਰਦੇ ਆ ਕਿ ਅਸੀਂ ਬੁੱਢੀਆਂ ਥੋੜ੍ਹੀ ਆਏ। ਪੰਜਾਬ ਆ, ਪੰਜਾਬ ਇਹਨਾਂ ਦੀਆਂ ਗੱਲਾਂ ਦੇ ਵਿੱਚ ਕਿਸ ਤਰ੍ਹਾਂ ਆ ਜਾਊਗਾ? ਪੰਜਾਬ ਇਹਨਾਂ ਦੇ ਲੋਲੀਪੌਪ ਦੇ ਵਿੱਚ ਕਿਸ ਤਰ੍ਹਾਂ ਆ ਜਾਊਗਾ? 15 ਲੱਖ ਤੇ ਅਜੇ ਤੱਕ ਆਇਆ ਨਹੀਂ। ਹੁਣ ਇਹਨਾਂ ਦੇ ਲੀਡਰ ਅਨਾਉਂਸਮੈਂਟ ਕਰ ਰਿਹਾ ਪੰਜਾਬ ਨੂੰ 2 ਲੱਖ ਕਰੋੜ ਮਿਲਣਾ ਸੀ, ਪੰਜਾਬ ਨੂੰ ਆਹ ਮਿਲਣਾ ਸੀ, ਪੰਜਾਬ ਨੂੰ ਜੇ ਮਿਲਣਾ ਸੀ। ਫਿਰ ਦੇਣ। ਦਿੱਲੀ ਬੈਠੇ ਵੀਡੀਓ ਕਾਨਫਰੰਸ ਕਰਕੇ ਕਾਨੂੰਨ ਰੱਦ ਕੀਤੇ ਨਾ, ਕਾਨਫਰੰਸ ਕਰਨ, ਦੇਣ 2 ਲੱਖ ਕਰੋੜ, ਕਰਨ ਕਰਜ਼ਾ ਮਾਫ। ਅਸੀਂ ਕਹਾਂਗੇ ਠੀਕ ਹੈ ਜੀ, ਬਹੁਤ ਵਧੀਆ। ਔਰ ਜਿਹੜੇ ਭੜਕਾਊ ਬਿਆਨ ਆ, ਜਿਹੜੇ ਫਿਰਕੂ ਬਿਆਨ ਆ, ਉਹ ਬੰਦ ਕਰਨ। ਪਰ ਗੱਲ ਕਰੀਏ ਭਾਜਪਾ ਆਗੂਆਂ ਦੇ, ਉਹ ਵੀ ਕਹਿ ਰਹੇ ਨੇ ਵੀ ਪੰਜਾਬ ਸਰਕਾਰ ਦੀ ਬੜੀ ਫੈਲੀ ਰਹੀ ਆ, ਪ੍ਰਸ਼ਾਸਨ ਨੂੰ ਲੈ ਕੇ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ। PM ਜਿਹੜੇ ਸਾਡੇ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੇ, ਉਹਨਾਂ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ। ਪੰਜਾਬ ਸਰਕਾਰ ਨੇ ਕਿਸੇ ਤਰ੍ਹਾਂ ਦੇ ਕੋਈ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ। ਤੁਸੀਂ ਕਿਸ ਤਰ੍ਹਾਂ ਦੇ ਦਿਓ ਚੀਜ਼ ਨੂੰ? ਸਾਲ ਤੋਂ ਪਲੱਸ ਸਮਾਂ ਸਾਡੇ ਕਿਸਾਨ ਬਾਰਡਰਾਂ ਤੇ ਬੈਠੇ ਰਹੇ ਨੇ। ਕੋਈ ਇੱਕ ਦੱਸੋ ਘਟਨਾ ਜਿਹਦੇ ਵਿੱਚ ਪੰਜਾਬੀਆਂ ਨੇ ਕੋਈ ਉੱਥੇ ਰੇਹੜੀ ਦੇ ਉੱਪਰ ਕੋਈ ਲੁੱਟ ਮਚਾਈ ਹੋਵੇ, ਕਿਸੇ ਦਾ ਕੋਈ ਨੁਕਸਾਨ ਕੀਤਾ? ਕੋਈ ਇੱਕ ਦੱਸੋ ਕੋਈ ਨੁਕਸਾਨ ਕੀਤਾ ਹੋਵੇ? ਇੱਥੋਂ ਤੱਕ ਕਿ ਹਰਿਆਣੇ ਦੇ ਵਿੱਚ ਸਰਕਾਰ ਨੇ ਬਾਰਡਰ ਬਣਾ ਦਿੱਤਾ ਸੀ, ਸੜਕਾਂ ਪੱਟ ਦਿੱਤੀਆਂ ਸੀ, ਉਦੋਂ ਵੀ ਕਿਸੇ ਦਾ ਨੁਕਸਾਨ ਨਹੀਂ ਕੀਤਾ, ਕਿਸੇ ਮੁਲਾਜ਼ਮ ਦਾ ਨੁਕਸਾਨ ਨਹੀਂ ਕੀਤਾ। ਸਿਰਫ ਬਾਰਡਰ ਨੂੰ ਕ੍ਰਾਸ ਕਰਨ ਵਾਸਤੇ ਉਹਨਾਂ ਨੇ ਬੈਰੀਕੇਡ ਚੁੱਕੇ, ਆਪਣੇ ਬਾਰਡਰ ਕ੍ਰਾਸ ਕੀਤਾ। ਕਿਸੇ ਦਾ ਇੱਕ ਵੀ ਪੰਜੀ ਦਾ ਨੁਕਸਾਨ ਨਹੀਂ ਕੀਤਾ, ਕਿਸੇ ਮੁਲਾਜ਼ਮ ਦਾ ਕਿਸੇ ਚੀਜ਼ ਦਾ ਕੋਈ ਨੁਕਸਾਨ ਨਹੀਂ ਕੀਤਾ। ਇਹ ਬਿਲਕੁਲ ਬੇਤੁਕੀ ਗੱਲ ਆ ਕਿ ਮੋਦੀ ਸਾਹਿਬ ਦੀ ਜਾਨ ਨੂੰ ਖਤਰਾ ਸੀ। ਇਹ ਬਿਲਕੁਲ ਗਲਤ ਆ। ਇੰਨੀ ਵੱਡੀ ਸਿਕਿਉਰਿਟੀ ਮੋਦੀ ਸਾਹਿਬ ਦੀ, ਉਹਨਾਂ ਦੀ ਜਾਨ ਨੂੰ ਖਤਰਾ ਹੋ ਗਿਆ। 5-6 ਹਜ਼ਾਰ ਮੁਲਾਜ਼ਮ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ, ਇਸ ਤਰ੍ਹਾਂ ਕਿਸ ਤਰ੍ਹਾਂ ਖਤਰਾ ਹੋ ਗਿਆ? ਇਹ ਰੋਜ਼ ਇਹ ਦਿੱਲੀ ਦੇ ਵਿੱਚ 2 ਘੰਟੇ ਜਾਮ 'ਚ ਫਸੇ ਰਹੇ, ਸਾਰੀਆਂ ਵੀਡੀਓ ਆ ਰਹੀਆਂ। ਉਦੋਂ ਇਹਨਾਂ ਨੂੰ ਕੋਈ ਖਤਰਾ ਨਹੀਂ ਹੋਇਆ। ਪਾਕਿਸਤਾਨ ਨੇ ਜਾ ਕੇ ਗੁਪਤ ਤਰੀਕੇ ਦੇ ਨਾਲ ਪਾਕਿਸਤਾਨ ਜਾ ਕੇ ਕੇਕ ਕੱਟ ਕੇ ਆਉਂਦੇ ਨੇ ਪ੍ਰਧਾਨ ਮੰਤਰੀ ਨਾਲ, ਉਦੋਂ ਇਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ। ਅੱਜ ਇਹ ਕਹਿ ਰਹੇ ਪਾਕਿਸਤਾਨ ਨਾਲ ਚਾਰ ਤਾਰ ਜੁੜੇ ਆ। ਇਹ ਬਿਲਕੁਲ ਚੁਣਾਵੀ ਸਟੰਟ ਆ ਜੋ ਕਿ ਭਾਜਪਾ ਦਾ ਪੰਜਾਬ ਦੇ ਵਿੱਚ ਤੇ ਬਿਲਕੁਲ ਨਹੀਂ ਚੱਲੇਗਾ। ਬਿਲਕੁਲ ਜੀ, ਭਾਜਪਾ ਲਈ ਕਹਿੰਦੇ ਨੇ ਵੀ 70,000 ਦੇ ਕਰੀਬ ਕੁਰਸੀ ਲਗਾਈ ਗਈ ਸੀ ਅਤੇ ਵੱਡਾ ਇਕੱਠ ਹੋਣਾ ਸੀ, ਇਤਿਹਾਸਕ ਰੈਲੀ ਹੋਣੀ ਸੀ। ਪਰ ਕੀ ਲੱਗਦਾ ਵੀ ਬਾਰਿਸ਼ ਦਾ ਨੁਕਸਾਨ ਹੋਇਆ ਵਾ ਜਾਂ ਜਿਹੜੇ ਲੋਕ ਨੇ ਵੱਡੀ ਗਿਣਤੀ ਵਿੱਚ ਨਹੀਂ ਪਹੁੰਚੇ? ਕੀ ਕਾਰਨ ਮੰਨਦੇ ਹੋ? ਨਹੀਂ, ਪੰਜਾਬ ਦੇ ਲੋਕਾਂ ਨੇ ਮਨ ਦੇ ਵਿੱਚ ਗੁੱਸਾ ਮੋਦੀ ਸਾਹਿਬ ਦੇ ਖਿਲਾਫ, ਉਹ ਗਿਆ ਹੀ ਨਹੀਂ ਇਹਨਾਂ ਦੀਆਂ ਰੈਲੀਆਂ ਦੇ ਉੱਪਰ। ਉਹਨਾਂ ਨੇ ਈਵੈਂਟ ਨੂੰ ਸਮਝਿਆ ਹੀ ਨਹੀਂ, ਇਸ ਚੀਜ਼ ਨੂੰ ਕਿ ਅਸੀਂ ਮੋਦੀ ਨੂੰ ਸੁਣਨਾ ਪਸੰਦ ਹੀ ਨਹੀਂ ਕੀਤਾ। ਪੰਜਾਬ ਦੇ ਲੋਕਾਂ ਨੇ, ਭਾਜਪਾ ਦੇ ਵਰਕਰਾਂ ਨੇ ਬਹੁਤ ਜ਼ੋਰ ਲਾਇਆ, ਪੈਸੇ ਦੇ ਨਾਲ ਵੀ ਲੋਕਾਂ ਨੂੰ ਖਰੀਦਣਾ ਚਾਹਿਆ, ਪਰ ਚੰਦ ਲੋਕ ਗਏ, ਉਹਨਾਂ ਦੇ ਨਾਲ ਕੋਈ ਨਹੀਂ ਗਿਆ। ਔਰ ਮੈਂ ਪੰਜਾਬੀਆਂ ਦਾ ਧੰਨਵਾਦ ਕਰਦਾ, ਉਹਨਾਂ ਨੇ ਫਲੋਪ ਇਹਨਾਂ ਦੀ ਰੈਲੀ ਕਰਾਈ ਆ ਕਿ ਉਹ ਨਹੀਂ ਗਏ ਪ੍ਰਧਾਨ ਮੰਤਰੀ ਨੂੰ ਸੁਣਨ। ਇਹ ਬਹੁਤ ਵਧੀਆ ਗੱਲ ਹੈ। ਪਰ ਭਾਜਪਾ ਵਾਲੇ ਵੀ ਕਹਿ ਰਹੇ ਨੇ ਵੀ ਪੰਜਾਬ ਨੂੰ ਬਹੁਤ ਘਾਟਾ ਪੈ ਗਿਆ ਵਾ। ਜਿਹੜੇ PM ਸੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਬੜੇ ਵੱਡੇ ਅਨਾਉਂਸ ਕਰਕੇ ਜਾਣੇ ਸੀ, ਬੜੇ ਵੱਡੇ ਤੋਹਫੇ ਦੇ ਜਾਣੇ ਸੀ, ਅਤੇ ਨਾਲ ਹੀ ਗੱਲ ਕਰੀਏ ਵੀ ਬੜੀਆਂ ਸਕੀਮਾਂ ਦੇ ਜਾਣੀਆਂ ਪੰਜਾਬ ਨੂੰ, ਜਿਹੜਾ ਕਿ ਬਹੁਤ ਵੱਡਾ ਘਾਟਾ ਪੈ ਗਿਆ ਪੰਜਾਬ ਨੂੰ। ਤੁਸੀਂ ਕਿਸ ਤਰ੍ਹਾਂ ਦੇ ਦਿਓ? ਨਹੀਂ, ਹੁਣ ਕੀ ਭਾਜਪਾ ਇਲੈਕਸ਼ਨ ਨਹੀਂ ਲੜੂਗੀ 2022 ਦੇ ਵਿੱਚ? ਹੁਣ ਅਨਾਉਂਸ ਕਰਾਉਣ। ਘਾਟਾ ਪੈ ਗਿਆ ਇੱਕ ਦਿਨ, ਮੰਨ ਲਓ ਘਾਟਾ ਪੈ ਗਿਆ ਇੱਕ ਦਿਨ ਨਹੀਂ ਆਏ, ਹੁਣ ਅਨਾਉਂਸ ਕਰੋ, ਦਿੱਲੀ ਤੋਂ ਅਨਾਉਂਸ ਕਰਾ ਦੇਣ, ਹੁਣ ਕਰਾਉਣ ਅਨਾਉਂਸ। ਮੈਂ ਤਾਂ ਕਹਿੰਦਾ ਇਹ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਬੁਲਾਉਣ, ਦਿੱਲੀ ਉੱਥੇ ਬੁਲਾਉਣ ਕਿਸਾਨ ਆਗੂਆਂ ਨੂੰ, ਜਿੰਨੇ ਮੁੱਦੇ ਸਾਰੇ ਹੱਲ ਕਰਕੇ ਕਿਸਾਨ ਆਗੂ ਸਵਾਗਤ ਕਰਨਗੇ। ਅਸੀਂ ਸਵਾਗਤ ਹੁਣ ਪੰਜਾਬ ਦੇ ਵਿੱਚ ਕਰਨ, ਸਾਰੇ ਮਸਲੇ ਹੱਲ, ਪੰਜਾਬ ਦੇ ਮਸਲੇ ਹੱਲ ਕਰਨ, ਸਵਾਗਤ ਕਰਾਂਗੇ ਅਸੀਂ, ਕਰਨ ਰੈਲੀ। ਵੋਟਾਂ ਫਿਰ ਬਾਅਦ ਦੀ ਗੱਲ ਆ, ਵੋਟ ਕਿਸ ਨੂੰ ਪਾਉਣੀ ਕਿਸ ਨੂੰ ਨਹੀਂ ਪਾਉਣੀ, ਕਰਨ ਹੱਲ। ਪਰ ਭਾਜਪਾ ਵਾਲੇ ਵੀ ਕਹਿ ਰਹੇ ਨੇ ਵੀ ਸਾਨੂੰ ਜਿਵੇਂ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਪਾਕਿਸਤਾਨ ਗਏ ਸੀ, ਉਹਨਾਂ ਨੂੰ ਪਾਕਿਸਤਾਨ ਤੋਂ ਖਤਰਾ ਨਹੀਂ ਸੀ। ਜਿਵੇਂ 20 ਮਿੰਟ ਉਹਨਾਂ ਦਾ
ਪੁਲ ਦੇ ਉੱਤੇ ਇਹਨਾਂ ਨੂੰ ਖੜਨਾ ਪਿਆ, ਵੀ ਕਿਸੇ ਤਰ੍ਹਾਂ ਵੀ ਉਹਨਾਂ ਦਾ ਹਾਦਸਾ ਹੋ ਸਕਦਾ, ਕਿਸੇ ਦਾ ਨੁਕਸਾਨ ਹੋ ਸਕਦਾ ਜੀ, ਸਭ ਤੋਂ ਵੱਡਾ ਖਤਰਾ ਉਹਨਾਂ ਨੂੰ ਪੰਜਾਬ ਤੋਂ ਸੀ, ਕਿੱਦਾਂ ਦੇ ਦਿਓ? ਦੇਖੋ, ਇੱਕ ਪਾਸੇ ਅਸੀਂ ਲੋਕਤੰਤਰਿਕ ਦੇਸ਼ ਦੇ ਵਿੱਚ ਰਹਿੰਦੇ ਹਾਂ। ਲੋਕਤੰਤਰ ਦੇ ਵਿੱਚ ਕਿਹਾ ਜਾਂਦਾ ਹੈ ਕਿ ਪ੍ਰਧਾਨ ਮੰਤਰੀ ਤੋਂ ਲੈ ਕੇ ਇੱਕ ਚਪੜਾਸੀ ਤੱਕ ਇੱਕ ਬਰਾਬਰ ਸਮਝਿਆ ਜਾਂਦਾ ਹੈ। ਕਾਨੂੰਨ ਸਾਰਿਆਂ ਵਾਸਤੇ ਇੱਕ ਆ। 750 ਬੰਦਾ ਸਾਡਾ ਸ਼ਹੀਦ ਹੋਇਆ ਕਿਸਾਨ ਅੰਦੋਲਨ ਦੇ ਵਿੱਚ, ਉਹ ਸ਼ਹੀਦ ਹੀ ਹੋ ਗਿਆ, ਔਰ ਬਾਕੀ ਬੰਦੇ ਆਪਣੀ ਜਾਨ ਖਤਰੇ ਦੇ ਵਿੱਚ ਪਾ ਕੇ ਗਰਮੀਆਂ ਵੀ ਸਰਦੀਆਂ ਵੀ ਹਰ ਮੌਸਮ ਦੇ ਵਿੱਚ ਉੱਥੇ ਤੱਪੜਾਂ ਦੇ ਨਾਲ ਉੱਥੇ ਸੜਕਾਂ ਦੇ ਉੱਪਰ ਬੈਠੇ ਰਹੇ। ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ। ਮੋਦੀ ਸਾਹਿਬ ਨੂੰ ਸਿਰਫ 20 ਮਿੰਟ VIP ਟ੍ਰੀਟਮੈਂਟ, VIP ਟ੍ਰੀਟਮੈਂਟ, ਸਾਰੀ ਸਿਕਿਉਰਿਟੀ ਉਹਨਾਂ ਦੀ ਅਗਲੇ ਪਾਸੇ, ਸਾਰੀ ਸਿਕਿਉਰਿਟੀ ਪਿਛਲੇ ਪਾਸੇ, ਗੱਡੀ ਦੇ ਵਿੱਚ, ਫੋਰਚੂਨਰ ਗੱਡੀ ਦੇ ਵਿੱਚ, ਸਾਰਿਆਂ ਸਹੂਲਤਾਂ ਨਾਲ ਲੈਸ ਗੱਡੀ ਦੇ ਵਿੱਚ 20 ਮਿੰਟ ਰੁਕਣਾ ਪੈ ਗਿਆ ਤੇ ਮੇਰੀ ਜਾਨ ਨੂੰ ਖਤਰਾ ਹੋ ਗਿਆ। ਕਿਸ ਤਰ੍ਹਾਂ, ਮੈਂ ਪੁੱਛਣਾ ਚਾਹੁੰਦਾ ਮੋਦੀ ਸਾਹਿਬ ਨੂੰ, ਕਿਸ ਤਰ੍ਹਾਂ ਤੁਹਾਡੀ ਜਾਨ ਨੂੰ ਖਤਰਾ ਹੋ ਗਿਆ? ਕੀ ਉਹਦੇ ਲਾਗੋਂ ਕੋਈ ਹੈਂਡ ਗ੍ਰਨੇਡ ਫੜੇ ਗਏ ਨੇ, ਕਿਤੋਂ ਪਿਸਟਲ ਫੜਿਆ ਗਿਆ, ਕਿਤੋਂ ਕੋਈ ਤੋਪਾਂ ਫੜੀਆਂ ਗਈਆਂ, ਕੀ ਫੜਿਆ ਗਿਆ? ਦੱਸਣ ਮੈਨੂੰ, ਕਿਸ ਤਰ੍ਹਾਂ ਜਾਨ ਨੂੰ ਖਤਰਾ ਸੀ? ਇੱਕ ਮੈਨੂੰ ਪਤਾ ਲੱਗਾ 150 FIR ਵੀ ਦਰਜ ਹੋਈ ਆ। ਮੈਂ ਉਸ ਚੀਜ਼ ਦਾ ਵੀ ਬਿਲਕੁਲ ਵਿਰੋਧ ਕਰਦਾ। ਸਰਕਾਰ ਨੂੰ ਉਹ FIR ਵੀ ਵਾਪਸ ਲੈਣੀ ਪਈ, ਨਹੀਂ ਤੇ ਇਲੈਕਸ਼ਨ ਨਹੀਂ ਇਹ ਲੜ ਸਕਦੇ ਪੰਜਾਬ ਦੇ ਵਿੱਚ। ਬਹੁਤ ਬਹੁਤ ਧੰਨਵਾਦ ਜੀ। ਇਸੇ ਗੱਲਬਾਤ ਕੀਤੀ ਜਿਹੜੇ ਕਿ ਭਗਤੂਪੁਰਾ ਸਾਹਿਬ ਜਿਹੜੇ ਕਿ ਲੋਕ ਰਾਜ ਦੇ ਆਗੂ ਨੇ, ਤੇ ਹੁਣ ਗੱਲਬਾਤ ਕਰਾਂਗੇ ਸੁਖਰਾਜ ਸਿੰਘ ਸੋਹਲ ਜਿਹੜੇ ਕਿ ਇਸ ਮੁੱਖ ਜਿਹੜੇ ਕਿ ਸੇਵਾਦਾਰ ਨੇ ਇਸ ਲਹਿਰ ਦੇ। ਕਿਸ ਤਰ੍ਹਾਂ ਦੇ ਦਿਓ ਸੋਹਲ ਸਾਹਿਬ, ਜਿਵੇਂ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵਾਪਸ ਚੱਲ ਜਾਂਦੇ ਨੇ ਰੈਲੀ ਵਿੱਚ ਨਹੀਂ ਪਹੁੰਚਦੇ, ਕੀ ਕਾਰਨ ਕੀ ਰਿਹਾ ਜੀ? ਵੇਖੋ ਗਰੇਵਾਲ ਜੀ, ਆਪਾਂ ਸਾਰੇ ਜਾਣਦੇ ਹਾਂ ਕਿ ਜੋ ਪਿਛਲੇ ਸਮੇਂ ਦੌਰਾਨ ਸਾਡੇ ਸਿਰ ਦੀ ਪੱਗ, ਸਾਡੇ ਅੰਨਦਾਤਾ, ਕਿਸਾਨ, ਮਜ਼ਦੂਰ, ਜਿੰਨੇ ਹੋਰ ਵੀ ਸਾਡੇ ਮਸਲੇ ਸਨ, ਉਹਨਾਂ ਦੇ ਸੰਬੰਧੀ ਦਿੱਲੀ ਵਿਖੇ ਧਰਨੇ ਲਾਏ ਗਏ। ਉੱਥੇ ਜੋ ਉਸ ਸਮੇਂ ਦੌਰਾਨ ਬੀਤਿਆ, ਸਾਡੇ ਕਿਸਾਨਾਂ ਨੇ, ਕਿਸਾਨਾਂ ਦੇ ਪਰਿਵਾਰਾਂ ਨੇ ਹੰਢਾਇਆ, ਉਹ ਆਪ ਦੇ ਸਾਹਮਣੇ ਆ। ਸੋ ਜਿੱਤ ਹੋਈ। ਉਸ ਤੋਂ ਬਾਅਦ ਭਾਜਪਾ ਨੇ ਇੱਕ ਪਛਤਾਤਾਪ ਕਰਨ ਵਾਸਤੇ ਜਾਂ ਆਪਣੀਆਂ ਗਲਤੀਆਂ ਤੇ ਪਰਦਾ ਪਾਉਣ ਵਾਸਤੇ, ਤਾਂ ਕਿ ਜੋ ਵਿਧਾਨ ਸਭਾ ਚੋਣਾਂ ਆ ਰਹੀਆਂ ਸਨ ਉਹਨਾਂ ਵਿੱਚ ਜਿੱਤ ਹਾਸਲ ਕੀਤੀ ਜਾ ਸਕੇ, ਪਰ ਅਸੀਂ ਉਹ ਆ ਜਿਨ੍ਹਾਂ ਨੇ ਅਬਦਾਲੀਆਂ ਦੇ ਰਾਹ ਰੋਕੇ ਨੇ। ਵੇਖੋ, ਪ੍ਰਧਾਨ ਮੰਤਰੀ ਉਸ ਲੰਮੇ ਸਮੇਂ ਦੇ ਦੌਰਾਨ ਇੱਕ ਵਾਰ ਵੀ ਕਿਸਾਨਾਂ ਦੇ ਰੂਬਰੂ ਨਹੀਂ ਹੋਏ। ਉਹ ਕਿਵੇਂ ਆਸ ਰੱਖ ਸਕਦੇ ਆ ਕਿ ਜਦੋਂ ਪੰਜਾਬ ਦੇ ਵਿੱਚ ਆਉਣ ਤੇ ਉਹਨਾਂ ਦਾ ਨਿੱਘਾ ਸਵਾਗਤ ਹੁੰਦਾ? ਪਰ ਕਿਹਾ ਜਾਂਦਾ ਵੀ ਪੰਜਾਬ ਨੂੰ ਬਹੁਤ ਘਾਟਾ ਪੈ ਗਿਆ ਵਾ, ਬੜੇ ਵੱਡੇ ਅਨਾਉਂਸਮੈਂਟ ਹੋਣੇ ਸੀ, ਬੜੀਆਂ ਜਿਹੜੀਆਂ ਸਕੀਮਾਂ ਦੇ ਜਾਣੀਆਂ ਸੀ, ਪੰਜਾਬ ਨੂੰ ਬੜੇ ਲਾਹੇ ਦੇ ਜਾਣੇ ਸੀ। ਕੀ ਲੱਗਦਾ ਤੁਸੀਂ ਇਹ ਗੱਲ ਸਮਝਦੇ ਕਿ ਵੀ ਪੰਜਾਬ ਨੂੰ ਬਹੁਤ ਘਾਟਾ ਪੈ ਗਿਆ ਪ੍ਰਧਾਨ ਮੰਤਰੀ ਦੇ ਨਾ ਹੋਣਾ? ਵੇਖੋ, ਸਿਆਣੇ ਦੀ ਕਹਾਵਤ ਹੈ ਕਿ ਜੈਸਾ ਬੀਜਾਂਗੇ ਤੈਸਾ ਸਾਨੂੰ ਵੱਢਣਾ ਪੈਣਾ, ਤੇ ਕਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਇਹ ਸੋਚ ਸਕਦੇ ਨੇ? ਸੋ ਜਿਹੜਾ ਤੁਸੀਂ ਸਵਾਲ ਕੀਤਾ ਕਿ ਘਾਟਾ ਪੈ ਗਿਆ, ਸੋ ਮੇਰੇ ਖਿਆਲ ਦੇ ਨਾਲ ਕਿਸੇ ਵੀ ਕੋਈ ਘਾਟੇ ਵਾਲੀ ਗੱਲ ਨਹੀਂ ਆ। ਸਾਡੀ ਇਹ ਕੌਮ, ਸਾਡੇ ਪੰਜਾਬੀ ਘਾਟੇ ਪੂਰੇ ਕਰਨ ਵਾਲੇ ਨੇ। ਸੋ ਬੜੀ ਦੁਖਦਾਈ ਗੱਲ ਆ ਕਿ ਜਿਹੜੇ ਇਹ ਅਫਵਾਹਾਂ ਡਾ ਰਹੇ ਨੇ ਕਿ ਸਾਡੇ ਪੰਜਾਬ ਨੂੰ ਘਾਟਾ ਪੈ ਗਿਆ, ਬਹੁਤ ਕੁਝ ਉਹਨਾਂ ਨੇ ਐਲਾਨ ਕਰਕੇ ਜਾਣਾ ਸੀ, ਤੇ ਜੇਕਰ ਆਪਾਂ ਪਿੱਛੇ ਝਾਤ ਮਾਰੀਏ, ਕੁਝ ਘਰਾਂ ਦੇ ਵਿੱਚੋਂ ਚਿਰਾਗ ਜਿਹੜੇ ਬੁੱਝ ਗਏ ਉਸ ਕਿਸਾਨੀ ਅੰਦੋਲਨ ਦੇ ਚੱਲਦਿਆਂ, ਉਹ ਘਾਟਾ ਉਹਨਾਂ ਨੂੰ ਕਿਤੇ ਨਜ਼ਰ ਨਹੀਂ ਆ ਰਿਹਾ। ਸੋ ਮੈਂ ਨਹੀਂ ਸਮਝਦਾ ਕਿ ਸਾਡੇ ਪੰਜਾਬ ਨੂੰ ਕੋਈ ਘਾਟਾ ਪਿਆ ਆ। ਬਾਬੇ ਨਾਨਕ ਦੀ, ਗੁਰੂਆਂ ਪੀਰਾਂ ਦੀ ਬਹੁਤ ਇਸ ਪੰਜਾਬ 'ਤੇ ਕਿਰਪਾ ਆ ਤੇ ਸਦਾ ਰਹੇਗੀ। ਪਰ ਗੱਲ ਕਰੀਏ ਚੰਨੀ ਸਰਕਾਰ ਤੇ ਬਾਰ-ਬਾਰ ਜਿਹੜੇ ਭਾਜਪਾ ਆਗੂ ਨੇ ਉਹ ਕਹਿੰਦੇ ਨੇ ਕਿ ਪੰਜਾਬ ਸਰਕਾਰ ਜਿਹੜੀ ਆ ਉਹ ਫੇਲੀਅਰ ਆ, ਉਸ ਕੋਲ ਪੁਖਤਾ ਇੰਤਜ਼ਾਮ ਨਹੀਂ ਕੀਤੇ ਗਏ। ਉਹਨਾਂ ਨੇ ਆਪਣੇ ਜਿਹੜੇ ਪ੍ਰਸ਼ਾਸਨ ਨੂੰ ਵੀ ਜਿਹੜੀ ਆ ਡਾਂਟ ਲਗਾਈ ਗਈ ਆ ਵੀ ਉਹਨਾਂ ਵੱਲੋਂ ਸਿਕਿਉਰਿਟੀ ਵਿੱਚ ਜਿਹੜੀ ਆ ਕਾਫੀ ਕਮੀ ਦਿਖਾਈ ਗਈ ਆ। ਤੁਸੀਂ ਕਿਸ ਤਰ੍ਹਾਂ ਦੇਖਦੇ ਚੀਜ਼ ਨੂੰ? ਵੇਖੋ, ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ, ਉਹਨਾਂ ਦੇ ਨਾਲ ਜਿਵੇਂ ਵੱਡੀ ਫੋਰਸ SPG ਜਾਂ ਹੋਰ ਪ੍ਰਕਾਰ ਦੀਆਂ ਜਿੰਨੀਆਂ ਵੀ ਉਹਨਾਂ ਦੇ ਸੁਰੱਖਿਆ ਕਰਮੀ ਸਨ, ਉਹ ਖੁਦ ਨਾਲ ਲੈ ਕੇ ਚੱਲਦੇ ਨੇ। ਰਹੀ ਗੱਲ ਪੰਜਾਬ ਸਰਕਾਰ ਦੀ, ਪੰਜਾਬ ਸਰਕਾਰ ਨੂੰ ਜੋ ਹਦਾਇਤਾਂ ਦਿੱਤੀਆਂ ਗਈਆਂ, ਜੋ ਚਿੱਠੀਆਂ ਜਾਰੀਆਂ ਹੋਈਆਂ, ਉਹਦੇ ਮੁਤਾਬਕ ਕਿਸੇ ਪ੍ਰਕਾਰ ਦੀ ਕੋਈ ਕਮੀ ਨਹੀਂ ਆ। ਬਸ ਇਸ ਚੀਜ਼ ਨੂੰ, ਆਪਣੀਆਂ ਕਮੀਆਂ ਨੂੰ ਲੁਕਾਉਣ ਵਾਸਤੇ, ਕਿਉਂਕਿ ਜੋ ਰੈਲੀ ਸੀ ਉਹਦੇ ਵਿੱਚ ਵੱਡੀ ਤਾਦਾਦ ਵਿੱਚ ਕੁਰਸੀਆਂ ਸਨ, ਪਰ ਉੱਥੇ ਪਹੁੰਚੇ ਜਿਹੜੇ ਵਰਕਰ ਉਹ ਨਾ ਮਾਤਰ ਸੀ, ਕਿਉਂਕਿ ਲੋਕਾਂ ਦੇ ਵਿੱਚ ਵੱਡਾ ਰੋਸ ਸੀ। ਸੋ ਉੱਤੋਂ ਮੀਂਹ ਆਉਣ ਕਰਕੇ ਇਹ ਸਰਕਾਰ ਆ, ਇਹ ਸਾਰਾ ਕੁਝ ਕੇਂਦਰ ਸਰਕਾਰ ਨੂੰ ਪਤਾ ਸੀ ਕਿ ਅੱਜ ਮੀਂਹ ਪੈਣਾ ਆ, ਕਿਉਂਕਿ ਨੈੱਟ 'ਤੇ ਆਪਾਂ ਸਾਰੇ ਵੇਖ ਲੈਂਦੇ ਹਾਂ। ਸੋ ਕਿਤੇ ਨਾ ਕਿਤੇ ਇਹ ਸਾਰਾ ਇਹਨਾਂ ਨੇ ਲੋਕਾਂ ਨੂੰ ਮੈਨੂਪਲੇਟ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਆ, ਤੇ ਮਨ ਘੜਤ ਗੱਲਾਂ ਘੜ ਕੇ, ਤੇ ਕਹਿੰਦੇ ਨੇ ਜਿਵੇਂ ਆਪਣੀਆਂ ਕੱਛ 'ਚ ਤੇ ਲੋਕਾਂ ਦੀਆਂ ਹੱਥ 'ਚ,
ਉਹ ਇਹ ਸਾਰਾ ਕੁਝ ਖੇਡਾਂ ਖੇਡੀਆਂ ਜਾ ਰਹੀਆਂ। ਮੈਂ ਇਸ ਚੀਜ਼ ਦੇ ਬਿਲਕੁਲ ਖਿਲਾਫ ਆ। ਇਹ ਮਨ ਘੜਤ ਗੱਲਾਂ ਦੇ ਸਾਨੂੰ ਵਿਸ਼ਵਾਸ ਨਹੀਂ ਕਰਨਾ ਚਾਹੀਦਾ। ਸੋ ਪੰਜਾਬ ਸਰਕਾਰ ਦੀ ਜੋ ਜ਼ਿੰਮੇਵਾਰੀ ਬਣਦੀ ਸੀ ਮੇਰੇ ਖਿਆਲ ਨਾਲ ਉਹਨਾਂ ਨਿਭਾਈ ਹੈ। ਪਰ ਗੱਲ ਕਰੀਏ ਕੈਪਟਨ ਅਮਰਿੰਦਰ ਸਿੰਘ ਦੀ, ਕੈਪਟਨ ਸਾਹਿਬ ਕਹਿੰਦੇ ਵੀ ਰਾਸ਼ਟਰਪਤੀ ਰਾਜ ਜਿਹੜਾ ਲੱਗਣਾ ਚਾਹੀਦਾ ਵਾ, ਕਿਉਂਕਿ ਜਿਹੜੀ ਆ ਪੰਜਾਬ ਸਰਕਾਰ ਆ ਉਹ ਪੁਖਤਾ ਜਿਹੜੇ ਇੰਤਜ਼ਾਮ ਨਹੀਂ ਕਰ ਸਕੀ। ਤੁਸੀਂ ਕਿੱਦਾਂ ਦੇ ਚੀਜ਼ ਨੂੰ? ਵੇਖੋ, ਛੱਜ ਤੇ ਬੋਲੇ ਤੇ ਛਾਨਣੀ ਕੀ ਬੋਲੇ। ਸੋ ਕੈਪਟਨ ਅਮਰਿੰਦਰ ਸਿੰਘ ਲੋਕਾਂ ਨੇ ਸਮਝਿਆ ਸੀ ਕਿ ਇਹ ਪਹਿਲਾਂ ਵਾਲਾ ਕੈਪਟਨ ਆ ਜਿਹਨੇ ਆਪਣੀ ਪਹਿਲੀ ਸੱਤਾ ਦੇ ਦੌਰਾਨ ਚੰਗੇ ਕੰਮ ਕੀਤੇ। ਸੋ ਸ਼ਲਾਘਾਯੋਗ ਸੀ ਜੋ ਵੀ ਉਹਨਾਂ ਕੰਮ ਕੀਤੇ, ਚਾਹੇ ਉਹਨਾਂ ਥੋੜ੍ਹੇ ਕੀਤੇ। ਉਹ ਕੈਪਟਨ 10 ਸਾਲ ਬਾਅਦ ਆਇਆ, ਗੁਟਕਾ ਸਾਹਿਬ ਤੇ ਹੱਥ ਰੱਖ ਕੇ ਸਹੁੰ ਖਾਧੀ, ਲੋਕਾਂ ਨੇ ਵਿਸ਼ਵਾਸ ਕੀਤਾ, ਪਰ 4.5 ਸਾਲ ਆਪਣੇ ਫਾਰਮ ਹਾਊਸ ਦੇ ਵਿੱਚ ਬੀਤ ਕੇ ਹੰਢਾਏ। ਉਹਨਾਂ ਦੇ ਜਿਹੜੇ ਮੰਤਰੀ ਸੰਤਰੀ ਸੀ, ਜਦੋਂ ਉਹਨਾਂ ਨੂੰ ਭਰਵੀਆਂ ਰੈਲੀਆਂ ਦੇ ਵਿੱਚ ਸੱਦਦੇ ਸੀ ਤੇ ਬਹਾਨੇ ਲਾ ਕੇ ਉਹਨਾਂ ਨੇ ਪਾਸਾ ਵਟਿਆ। ਕਦੀ ਬੁਖਾਰ ਹੋ ਗਿਆ, ਕਦੀ ਮੈਂ ਨਿੱਜੀ ਘਰੇਲੂ ਆਪਣੀਆਂ ਮੁਸ਼ਕਲਾਂ ਦੱਸ ਕੇ ਮਨ ਘੜਤੇ ਉਹਨਾਂ ਨੇ ਬਹਾਨੇ ਬਣਾ ਕੇ ਉਹਨਾਂ ਰੈਲੀਆਂ ਦਾ ਹਿੱਸਾ ਨਹੀਂ ਬਣੇ। ਪਰ ਤਰਾਸਦੀ ਆ, ਕਿੱਡੀ ਸ਼ਰਮ ਵਾਲੀ ਗੱਲ ਆ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਉਹਨਾਂ ਨੂੰ ਕੋਈ ਸੱਦਦਾ ਸੀ ਉਦੋਂ ਉਹਨਾਂ ਕੋਲ ਟਾਈਮ ਨਹੀਂ ਸੀ, ਤੇ ਹੁਣ ਇਹੋ ਜਿਹਾ ਮੌਕਾ ਆ ਗਿਆ ਕਿਉਂਕਿ ਜੋ ਬੀਜਾਂਗੇ ਵੱਢਣਾ ਪੈਣਾ। ਸੋ ਖਾਲੀ ਕੁਰਸੀਆਂ ਨੂੰ ਸੰਬੋਧਨ ਕਰੀ ਗਏ। ਇਹ ਬੜੀ ਜਿਹੜੀ ਸ਼ਰਮ ਵਾਲੀ ਗੱਲ ਆ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਲੋਕ ਰਾਜ ਲਹਿਰ ਦੇ ਆਗੂ ਭਗਤੂਪੁਰਾ ਸਾਹਿਬ ਤੇ ਸੋਹਲ ਸਾਹਿਬ, ਜਿਨ੍ਹਾਂ ਨੇ ਦੱਸਿਆ ਕਿ ਅਸਲ ਕਾਰਨ ਕੀ ਸੀ PM ਸਾਹਿਬ ਦੀ ਮੋਦੀ ਦਾ ਰੈਲੀ ਵਿੱਚ ਨਾ ਪਹੁੰਚਣ ਦਾ, ਅਤੇ ਉਹਨਾਂ ਕਿਹਾ ਵੀ ਕਿਸੇ ਤਰ੍ਹਾਂ ਦੀ ਪੰਜਾਬ ਸਰਕਾਰ ਵੱਲੋਂ ਕੋਈ ਕੁਤਾਹੀ ਨਹੀਂ ਵਰਤੀ ਗਈ। ਪੰਜਾਬ ਸਰਕਾਰ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਨੇ। ਮੈਨੂੰ ਦਿਓ ਇਜਾਜ਼ਤ। ਮੈਂ ਹਰਜੀਤ ਗਰੇਵਾਲ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।